ज़्यादातर हो गई है, थोड़ी सी रहती है। आप सबके यहाँ भी हो गई होगी सारी, बताएं ज़रा कमेंट में, हो गई है या नहीं। अस्सलाम वालेकुम, की हाल मामू? ठीक अल्लाह ਦਾ ਸ਼ੁਕਰ ਤੂੰ ਸੁਣਾ ठीक ठाक, शुक्र अल्लाह ਦਾ। ਹੋਰ ਕੀ ਫਿਰ ਕਰਦੇ ਫਿਰਦੇ ਹੋ ਇੱਥੇ ਮਾਮੂ ਅੱਜ ਨਾ ਅਸੀਂ ਪੀਰ ਕਾਜ਼ਮ ਨੂੰ ਚੁੱਕਣਾ ਤੇ ਪੂਰੇ ਭਾਰ ਨਾਲ ਚੁੱਕਣਾ। ਉਹ ਛੱਡੋ ਪਰ ਇਹ ਕਿਹੜਾ ਕੰਮ ਹੈ ਕਿਹੜੇ ਕੰਮ ਨੂੰ ਪਿਆ ਜੇ हेलो भाई उठ जा। ਇੰਨੀ ਪਿਆਰੀ ਨੀਂਦ ਆਉਣ ਡਈ ਸੀ ਯਾਰ ਹਾਂਜੀ ਜਨਾਬ ਆ ਹੈ ਜੀ ਸਾਡੀ ਲਈਏ ਦੀ ਸੁਬਾ ਆ ਵੇਖ ਲਓ ਮੰਜੀਆਂ ਲੱਗੀਆਂ ਹੋਈਆਂ ਤੇ ਸਾਰੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਪਿੰਡ ਦਾ ਤੇ ਮਜ਼ਾ ਆ ਜਾਂਦਾ ਤੇ ਹਜੇ ਸਰਦੀ ਹੈ ਇੱਥੇ ਆ ਵੇਖ ਲਓ ਰਜ਼ਾਈਆਂ ਲੈ ਕੇ ਸੌਣਾ ਪੈਂਦਾ ਮੈਂ ਨਮਾਜ਼ ਪੜ੍ਹ ਕੇ ਆ ਕੇ ਫੇਰ ਸੌਂ ਗਿਆ ਹੁਣ ਨਾ ਉੱਠਦੇ ਆ ਅੱਖਾਂ ਚੈੱਕ ਕਰੋ ਭਾਈ ਆ ਪੱਖਾ ਜੀ ਤੇ ਪ੍ਰਾਹੁਣਾ ਜਿਹੜਾ ਕਿ ਆਉਂਦਾ ਨਾ ਪ੍ਰਾਹੁਣੇ ਨੂੰ ਫਿਰ ਪੱਖੇ ਦੇ ਅੱਗੇ ਮੰਜੀ ਪਹਿਲੀ ਮੰਜੀ ਜਿਹੜੀ ਪ੍ਰਾਹੁਣੇ ਦੀ ਮੰਜੀ ਅੱਗੇ ਹੁੰਦੀ ਇਹ ਹੁੰਦਾ ਪ੍ਰੋਟੋਕੋਲ ਪ੍ਰਾਹੁਣੇ ਦੀ ਇੱਜ਼ਤ ਅਫਜ਼ਾਈ ਇਸ ਤਰ੍ਹਾਂ ਕਰਦੇ ਲੋ ਜੀ ਸਾਰੇ ਤਕਰੀਬਨ ਉੱਠ ਗਏ ਨੇ ਉੱਠੇ ਤੇ ਜਲਦੀ ਪੈਂਦੇ ਤਕਰੀਬਨ ਜਦੋਂ ਜਮਾਤ ਦਾ ਟਾਈਮ ਹੋ ਜਾਂਦਾ ਨਾ ਉਸ ਤੋਂ ਪਹਿਲੇ ਸਾਰੇ ਹੀ ਉੱਠ ਪੈਂਦੇ ਨੇ ਮੈਂ ਫਿਰ ਦੁਬਾਰਾ ਨਮਾਜ਼ ਪੜ੍ਹ ਕੇ ਆ ਕੇ ਵਾਪਸ ਸੌਂ ਗਿਆ ਸਾਂ ਤੇ ਉਹ ਬੀਬੀ ਸਾਡੀ ਮਾਸ਼ਾਅੱਲਾ ਉਹ ਹਜੇ ਸੁੱਤੀ ਪਈ ਏ ਸੁੱਤੇ ਤੇ ਨਹੀਂ ਜਾਗਦੀ ਪਏ ਨੇ ਲੇਕਿਨ ਉਹ ਉੱਠਦੇ ਲੇਟ ਨੇ ਆ ਸਾਹਮਣੇ ਸਾਡੀ ਆਮਨਾ ਬੀਬੀ ਮਾਈ ਆਮਨਾ ਤਿਆਰੀ ਕੀਤੀ ਸਕੂਲ ਦੀ ਕਿ ਨਹੀਂ ਅਜੇ ਕਿੰਨੇ ਵਜੇ ਜਾਣਾ 7 ਵਜੇ 7:15 ਤੇ ਇੱਥੋਂ ਜਾਣਾ ਇੱਥੋਂ ਘਰੋਂ ਜਾਣਾ ਹਾਂ 6:30 ਘਰੋਂ ਜਾਣਾ, 7:15 ਸਕੂਲ। ਅੱਛਾ 7:15 ਤੇ ਸਕੂਲ ਲੱਗਣਾ ਤੇ 6:30 ਯਾਨੀ ਕਿ ਪੌਣਾ ਘੰਟਾ ਜਿਹੜਾ ਨਾ ਬੱਚਿਆਂ ਨੂੰ ਇਕੱਠਿਆਂ ਕਰਦਿਆਂ ਤੇ ਫਿਰ ਜਿਹੜਾ ਸ਼ਹਿਰ ਹੈ ਸਾਡਾ ਇੱਥੋਂ ਪਿੰਡ ਤੋਂ ਬਹੁਤ ਦੂਰ ਹੈ ਤਕਰੀਬਨ 12 ਕਿਲੋਮੀਟਰ ਹੈ ਤੇ ਰਸਤਾ ਵੀ ਜਿਹੜਾ ਨਾ ਉਹ ਵੀ ਅੱਜ ਤੁਹਾਨੂੰ ਦਿਖਾਵਾਂਗੇ ਕਿਵੇਂ ਦਾ ਰਸਤਾ ਰੇਤਲਾ ਇਲਾਕਾ ਤੇ ਫਿਰ ਖੱਡੇ ਤੇ ਮੁਸ਼ਕਲ ਰਸਤਾ ਹੈ ਤੇ ਇਸ ਤੋਂ ਇੱਧਰ ਰਕਸ਼ੇ ਘੱਟ ਚੱਲਦੇ ਨੇ ਤੇ ਉਹ ਨਾ ਫਿਰ ਬੱਚੇ ਇੱਕ ਰਕਸ਼ੇ ਤੇ ਜਾਂਦੇ ਤੇ ਰਕਸ਼ਾ ਭਰ ਜਾਂਦਾ ਤੇ ਵੇਖ ਲਓ ਸੁਬਾਹ ਰੋਟੀਆਂ ਦੀ ਤੁਹਾਨੂੰ ਇਧਰੋਂ ਆਵਾਜ਼ ਆਉਣ ਦੀ ਹੋਣੀ ਆ ਕਿਚਨ ਹੈ ਸਾਡਾ ਰੋਟੀਆਂ ਦੀ ਜਦੋਂ ਇਸ ਤਰ੍ਹਾਂ ਬਣਾਈ ਦੀਆਂ ਨਾ ਆਵਾਜ਼ ਆਉਂਦੀ ਨਾ ਇਹ ਰੋਟੀਆਂ ਦੀ ਆਵਾਜ਼ ਸੀ ਉਹ ਅਸਦ ਤਿਆਰੀ ਕਰ ਲਈ ਤੂੰ ਵੀ ਮੈਡਮ ਤਿਆਰੀ ਕਰ ਲੈ ਸਕੂਲ ਜਾਣਾ ਕੀ ਕਰ ਰਿਹਾ ਅਸਦ ਜੁੱਤੀ ਸਾਫ਼ ਕਰਨ ਡਿਆ ਸਕੂਲ ਵਾਸਤੇ ਸ਼ੂਜ਼ ਨਹੀਂ ਪਾ ਕੇ ਜਾਂਦਾ ਇਹ ਸੀਨ ਸੀ ਜੀ ਰਾਤੀ ਸਾਡੇ ਸੌਣ ਵਾਲਾ ਆ ਮੇਰੀ ਮੰਜੀ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪ੍ਰੋਟੋਕੋਲ ਦਿੱਤਾ ਜਾਂਦਾ ਨਾ ਪੱਖੇ ਦੇ ਬਿਲਕੁਲ ਸਾਹਮਣੇ ਪਹਿਲੀ ਮੰਜੀ ਜਿਹੜੀ ਹੁੰਦੀ ਉਹ ਪ੍ਰਾਹੁਣੇ ਦੀ ਹੁੰਦੀ ਆਮਨਾ ਹੋ ਗਈ ਰੈਡੀ ਸਕੂਲ ਦੀ ਹੋ ਗਈ ਤਿਆਰੀ ਕਿੰਨੀ ਕਲਾਸ ਪੜ੍ਹਦੀ 7 ਮਾਸ਼ਾਅੱਲਾ ਹੋਰ ਮਾਮੂ ਰੈਡੀ ਹੋ ਅੱਜ ਮਾਹੌਲ ਹੈ ਸਾਡੇ ਮਾਮੂ ਦਾ ਮੇਰੀ ਨਾਨੀ ਦੇ ਘਰ ਦਾ ਆ ਇੱਧਰ ਕਬੂਤਰ ਦੇਖ ਲਓ ਤੁਸੀਂ ਮਾਮੂ ਨੇ ਹੁਣ ਨਾ ਸਰੋਂ ਪਾਈ ਹੋਈ ਹੈ ਪਹਿਲੇ ਤੇ ਉਹ ਦਾਣੇ ਦੂਣੇ ਪਾਉਂਦੇ ਸੀ ਤੇ ਅੱਜ ਕੱਲ ਸਰੋਂ ਹੈ ਤੇ ਸਰੋਂ ਪਾ ਦਿੰਦੇ ਹੁੰਦੇ ਇਸ ਰਕਸ਼ੇ ਦੇ ਉੱਤੇ ਨਾ ਤਕਰੀਬਨ ਸਾਰੇ ਜਿੰਨੇ ਵੀ ਹੈਗੇ ਨਾ ਬੱਚੇ ਤਕਰੀਬਨ 20 ਤੋਂ 22 ਬੱਚੇ ਭਰਿਆ ਹੁੰਦਾ ਹੈ ਰਕਸ਼ਾ ਜਗ੍ਹਾ ਨਹੀਂ ਹੁੰਦੀ ਉੱਤੇ ਬਸਤੇ ਹੁੰਦੇ ਵਿੱਚ ਬੱਚਿਆਂ ਦੇ ਨਾਲ ਭਰਿਆ ਹੁੰਦਾ ਉੱਤੋਂ ਸਿੱਧਾ ਕਿਉਂਕਿ ਪਿੰਡ ਕਾਫੀ ਦੂਰ ਇਹਨਾਂ ਸ਼ਹਿਰ ਤੋਂ ਸਾਰੇ ਬੱਚੇ ਸ਼ਹਿਰ ਜਾਂਦੇ ਪੜ੍ਹਨ ਵੈਸੇ ਤੇ ਪਿੰਡ ਦੇ ਵਿੱਚ ਵੀ ਸਕੂਲ ਹੈਗਾ ਇੱਕ ਲੇਕਿਨ ਜਿਹੜੇ ਬੱਚੇ ਅਗਲੀਆਂ ਕਲਾਸਾਂ ਜਾਂਦੇ 6ਵੀਂ 7ਵੀਂ 8ਵੀਂ ਉਹਨਾਂ ਨੂੰ ਫਿਰ ਸ਼ਹਿਰ ਜਾਣਾ ਪੈਂਦਾ ਨਾਸ਼ਤਾ ਕਰਕੇ ਤਿਆਰੀ ਕਰਕੇ ਤੇ ਹੁਣ ਜਾਂਦੇ ਆ ਦੂਸਰੇ ਘਰਾਂ ਦੇ ਵਿੱਚ ਦਰਵਾਜ਼ੇ ਨੂੰ ਥੋੜਾ ਜਿਹਾ ਥੱਲੇ ਕਰਕੇ ਖੋਲਣਾ ਪੈਂਦਾ ਇਹ ਸਾਡੇ ਬਾਹਰ ਦਾ ਮਾਹੌਲ ਹੈ ਜਨਾਬ ਦੇਖ ਸਕਦੇ ਹੋ ਤੁਸੀਂ ਇੱਦਾਂ ਦੀ ਗਲੀ ਦੇ ਨਾਲ ਜਾਣਾ ਹੁੰਦਾ ਤੇ ਪਿੱਛੇ ਸਾਡੇ ਦੂਸਰਾ ਘਰ ਆਹ ਸਾਹਮਣੇ ਤੁਹਾਨੂੰ ਟਿੱਬੇ ਜਿਹੇ ਨਜ਼ਰ ਆ ਰਹੇ ਹੋਣੇ ਖੇਤਾਂ 'ਚ ਫ੍ਰੀ ਮਿੱਟੀ ਆ ਜਾਂਦੀ ਇੱਥੇ ਪੈਸੇ ਲੈ ਕੇ ਲੋਕੀ ਮਿੱਟੀ ਸਟਾਉਂਦੇ ਨੇ ਨਹੀਂ ਤੇ ਅਕਸਰ ਫੈਸਲਾਬਾਦ ਲਾਹੌਰ ਵੱਡੇ ਸ਼ਹਿਰਾਂ ਦੇ ਵਿੱਚ ਦੂਸਰਿਆਂ 'ਚ ਤੁਸੀਂ ਦੇਖਿਆ ਹੋਣਾ ਲੋਕ ਨਾ ਪੈਸੇ ਦੇ ਕੇ ਤੇ ਫਿਰ ਮਿੱਟੀ ਸਟਾਉਂਦੇ ਇੱਥੇ ਪੈਸੇ ਲੈ ਕੇ ਸਟਾਉਂਦੇ ਕਿਉਂਕਿ ਇੱਥੇ ਟਿੱਬੇ ਰੇਤ ਨੇ ਲੋਕਾਂ ਨੇ ਜੋ ਪੱਧਰੀ ਕਰਨੀ ਨਾ ਤੇ ਰੇਤ ਜਿਹੜੀ ਹੈ ਫਿਰ ਕਿਤੇ ਨਾ ਕਿਤੇ ਉਹਨਾਂ ਨੇ ਕੰਜ਼ਿਊਮ ਕਰਨੀ ਕਿਤੇ ਰੱਖਣੀ ਹੈ ਟਿੱਬਾ ਬਣਾਉਣਾ ਤੇ ਟਿੱਬਾ ਜਿਹੜਾ ਉਹਨੂੰ ਆਬਾਦ ਕਰਨ ਵਾਸਤੇ ਰੇਤ ਛਕਾ ਕੇ ਉਹ ਲੋਕਾਂ ਨੂੰ ਪੈਸੇ ਦਿੰਦੇ ਕਿ ਯਾਰ ਤੁਸੀਂ ਮਿੱਟੀ ਸਟਾ ਲਓ ਇਸ ਵਾਸਤੇ ਆਹ ਜਿਹੜੀ ਮਿੱਟੀ ਹੈ ਨਾ ਇੱਥੇ ਸੁੱਟੀ ਹੋਈ ਹੈ ਤੁਸੀਂ ਦੇਖ ਸਕਦੇ ਇੱਧਰ ਮੇਰੇ ਮਾਮੂ ਜਾਨ ਦਾ ਘਰ ਹੈ ਆਹ ਵੇਖੋ ਜੀ ਆ ਦਰਵਾਜ਼ਾ ਜਿਹੜਾ ਨਾ ਖੁੱਲਾ ਹੀ ਰਹਿੰਦਾ ਜਦੋਂ ਵੇਖੋ ਨਾਲ ਫਰਿੱਜ ਪਈ ਹੈ ਇੱਧਰ ਏਦਾਂ ਟੀਲਾ ਲੱਗਾ ਦੋਸਤੋ ਆ ਵੇਖ ਸਕਦੇ ਨੀਰੀ ਰੇਤ ਹੀ ਰੇਤ ਇਹ ਨਾ ਰਾਤੀ ਜਦੋਂ ਹਨੇਰੀ ਆਇਆ ਆ ਸਾਰੀ ਇੱਥੇ ਜਮਾ ਹੋ ਗਈ ਸੀ ਹੁਣ ਸਾਡੀ ਕੁੜੀ ਨੇ ਨਾ ਉਹਨੇ ਸਾਰੀ ਸਫਾਈ ਕੀਤੀ ਭੱਲੋ ਨੂੰ ਤੁਸੀਂ ਜਾਣਦੇ ਹੋ ਇਹ ਹੈਗਾ ਭੱਲੋ ਦਾ ਘਰ ਬਾਹਰ ਇੱਥੋਂ ਖੁੱਲਾ ਹੀ ਮਾਹੌਲ ਹੈ ਜਨਾਬ ਇੱਧਰ ਆਓ ਤੇ ਆਹ ਘਰ ਆ ਭੱਲੋ ਦਾ ਘਰ ਤੁਹਾਨੂੰ ਅੱਜ ਵਿਖਾਈਏ ਪਰਦਾ ਪੁਰਦਾ ਕਰ ਲਓ ਘਰ ਵਿਖਾਉਣ ਲੱਗਾ ਆ ਜੀ ਭੱਲੋ ਦੇ ਇੱਕ ਭਰਾ ਦਾ ਘਰ ਆਹ ਭੱਲੋ ਦੇ ਦੂਸਰੇ ਭਰਾ ਦਾ ਘਰ ਜਿਹੜੇ ਸ਼ਾਦੀशुदा ਨੇ ਦੋਵਾਂ ਦੀ ਲਹਿਦਾ ਫੈਮਿਲੀ ਆ ਇੱਧਰ ਉਹਨੇ ਆਪਣਾ ਸਮਾਨ ਰੱਖਿਆ ਤੁਸੀਂ ਦੇਖ ਸਕਦੇ ਆ ਪੁਰਾਣੇ ਜ਼ਮਾਨੇ ਦਾ ਫਰਨੀਚਰ ਇੱਕ ਇਹ ਦੂਸਰੇ ਕਮਰੇ 'ਚ ਇੱਕ ਆਹ ਕਮਰਾ ਹੈ ਤੇ ਦੂਸਰਾ ਇਹ ਆਹ ਕਮਰਾ ਆਪਣਾ ਘਰ ਹੈ ਦੋਵਾਂ ਭਰਾਵਾਂ ਦਾ ਦੋਵਾਂ ਯਾਨੀ ਕਿ ਲਹਿਦਾ ਫੈਮਲੀਆਂ ਦੋ ਰਹਿੰਦੀਆਂ ਦੋ ਭਰਾ ਹੋਰ ਨੇ ਇੱਕ ਮਾਨਾ ਜੱਟ ਤੇ ਦੂਸਰਾ ਭੱਲੋ ਜੱਟ
ਤੇ ਇੱਕ ਐਡੀ ਇੱਕ ਸਾਡੀ ਚਕੁੰਦਰ ਏ, ਉਹ ਵੀ ਹਜੇ ਨਾ ਵਿਆਹਣ ਵਾਲੀ ਏ। ਕੰਡਾ ਕੱਢ ਦੇਣਾ ਭੱਲੋ ਜੱਟ ਦੇ ਨਾਲ ਹੀ। ਠੀਕ ਹੈ ਕੁੜੀਏ, ਰੈਡੀ ਏ? ਕਣਕ ਵੱਢਣ ਨਹੀਂ ਗਈ? ਐ ਸੱਚ ਤੇ ਕਣਕ ਵੱਢਣ ਜਾਂਦੀ ਵੱਢ ਲਈ ਅਸਾਂ। ਨਹੀਂ ਵੱਢ ਲਈ। ਹਾਂ ਵੱਢ ਕੱਲ ਜਨਾਬ ਮੈਂ ਆਇਆ ਨਾ ਤੇ ਮੈਂ ਪਤਾ ਕੀਤਾ, ਮੈਂ ਕਿਹਾ ਕਿੱਥੇ ਗਏ ਨੇ ਸਾਰੇ, ਪਤਾ ਲੱਗਾ ਮਾਨਾ ਆ ਚਕੁੰਦਰ ਖੜੀ ਸਾਹਮਣੇ, ਇਹ ਨਾਲ ਜਿਹੜਾ ਜ਼ਾਦੂ ਜ਼ਾਹਰ ਜੱਟ, ਉਹ ਵੀ ਮੇਰਾ ਕਜ਼ਨ ਹੀ ਹੈ, ਭੱਲੋ ਦਾ ਭਰਾ, ਨਾਲ ਇਹਨਾਂ ਦਾ ਪਾਪਾ ਜਾਨੀ, ਸਾਰੇ ਨਾ ਕਣਕ ਵੱਢਣ ਗਏ ਹੋਏ ਸੀ। ਕਿੰਨੀ ਕਣਕ ਵੱਢੀ? ਪਤਾ ਨਹੀਂ ਅੱਬੂ ਨਾਲ ਪਤਾ ਨਾ ਮੈਨੂੰ ਪਤਾ। ਵੱਡੀ ਹੈ ਤੈਨੂੰ, ਬਸ ਲਾਤਾ, ਬਸ ਇੱਕ ਪਾਸਿਓਂ ਲਾਤਾ ਜੀ, ਤੂੰ ਵੱਡੀ ਆ ਕਰ। ਤੇ ਫਾਈਨਲੀ ਦੋਸਤੋ ਨਾਸ਼ਤਾ ਵਗੈਰਾ ਕਰਕੇ ਆ ਗਈ ਹੈ એનર્ਜੀ ਅੰਦਰ, ਤੇ ਹੁਣ ਮੇਰੀ ਆਵਾਜ਼ ਵੀ ਤੁਸੀਂ ਦੇਖ ਲਈ ਹੋਣੀ ਬਿਹਤਰ। ਬਾਹਰ ਆ ਰਹੀ ਟਰੈਕਟਰ ਦੀ ਆਵਾਜ਼, ਉਹ ਤੁਹਾਨੂੰ ਦੱਸਾਂ ਕਿਉਂ ਆ ਰਹੀ। ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਜਿਹੜਾ ਨਾ ਪੂਰੀ ਜ਼ੋਰੋ ਸ਼ੋਰ ਦੇ ਨਾਲ ਰੋਡ ਸਿੱਧੇ ਕਰ ਰਿਹਾ। ਅਲਹਮਦੁਲਿਲਾ ਬੜੀ ਮੁੱਦਤਾਂ ਤੋਂ ਬਾਅਦ, ਕਈਆਂ ਸਾਲਾਂ ਤੋਂ ਬਾਅਦ ਪਹਿਲੀ ਦਫਾ ਜ਼ਿੰਦਗੀ 'ਚ ਇਸ ਪਿੰਡ ਦੇ ਵਿੱਚ ਬਣਨ ਲੱਗੇ ਨੇ ਸੋਲੰਗ। ਪੱਕੀ ਹਜੇ ਵੀ ਨਹੀਂ ਬਣਨ ਲੱਗੀ, ਸੋਲੰਗ ਬਣਨ ਲੱਗੇ ਨੇ, ਕਿਉਂਕਿ ਸੋਲੰਗ ਜਦੋਂ ਬਣਦੇ ਨਾ ਫਿਰ ਇਹ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਇਸ ਪਿੰਡਾਂ ਵਾਲਿਆਂ ਨੂੰ ਬੜੀਆਂ ਖੁਸ਼ੀਆਂ ਦਿੰਦੀਆਂ। ਰੇਤ ਜਿਹੜੀ ਘਟ ਜਾਏਗੀ, ਲੋਕਾਂ ਨੂੰ ਥੋੜੀ ਆਸਾਨੀ ਹੋ ਜਾਏਗੀ। ਇੱਟਾਂ ਸਾਹਮਣੇ ਆਈਆਂ ਪਈਆਂ, ਦੇਖ ਸਕਦੇ ਹੋ ਤੁਸੀਂ। ਇੱਟਾਂ ਦਾ ਇੱਥੇ ਪੂਰਾ ਟਰੱਕ ਕੱਲ ਲੱਥਾ ਰਾਤੀ। ਟਰੈਕਟਰ ਲੱਗਾ ਹੋਇਆ, ਜਿੰਨੀ ਭਰਤੀ ਪਈ ਸਾਰੀ ਸਿੱਧੀ ਕਰੀ ਆ ਰਿਹਾ। ਉਹ ਖੰਭੇ ਤੋਂ ਅਗਲੀ ਸਾਈਡ ਤੇ ਉੱਥੇ ਵੀ ਇੱਟਾਂ ਪਈਆਂ ਹੋਈਆਂ, ਉਹ ਸਾਰੀਆਂ ਇੱਟਾਂ ਜਿਹੜੀਆਂ ਨਾ ਹੁਣ ਇੱਥੇ ਵੱਜਣਾ ਸੋਲੰਗ। ਦੂਸਰਾ ਸੋਲੰਗ ਪਿਛਲੇ ਬਾਜ਼ਾਰ 'ਚ ਲੱਗ ਚੁੱਕਿਆ, ਉਹ ਮੈਂ ਤੁਹਾਨੂੰ ਦਿਖਾਣਾ। ਤੇ ਉਸ ਤੋਂ ਪਹਿਲੇ ਚਲਿਏ। ਲੋ ਜੀ ਮਾਸ਼ਾਅੱਲਾ ਇਕਰਾ ਹੋ ਗਈ ਤਿਆਰ। ਹੁਣ ਸਵਾਗਤ ਨਹੀਂ ਕਰੋਗੇ? ਸਵਾਗਤ। ਲੋ ਜੀ ਇਕਰਾ ਹੋ ਗਈ ਰੈਡੀ, ਤੇ ਹੁਣ ਨਾ ਇਕਰਾ ਨੂੰ ਮੈਂ ਛੱਡ ਆਵਾਂ ਸਕੂਲ। ਹੋਰ ਬੇਟਾ ਕੀ ਹਾਲ ਹੈ? ਠੀਕ ਹੋ? ਸੇ ਠੀਕ ਹੈ ਮਾਸ਼ਾਅੱਲਾ? ਹਾਂਜੀ ਠੀਕ ਠਾਕ। ਤੇ ਕਿੰਨੀ ਵਜੇ ਛੁੱਟੀ, ਕਿੰਨੇ ਵਜੇ ਹੋਣੀ? 12:15। ਅਸੀਂ ਤੇ ਹੁੰਦੇ ਸੀ ਨਾ 7-8 ਵਜੇ ਜਾਈਦਾ ਸੀ, 2-3 ਵਜੇ ਛੁੱਟੀ ਹੁੰਦੀ ਸੀ। ਉਹ ਸਰਦੀਆਂ 'ਚ ਹੁੰਦੀਆਂ ਨਾ, ਸਰਦੀਆਂ 'ਚ? ਹੁਣ ਤੇ ਗਰਮੀਆਂ ਆ ਗਈਆਂ। ਨਹੀਂ 7-8 ਵਜੇ। ਅਸਲ ਵੀ ਸਕੂਲ ਗਿਆ, ਆਮਨਾ ਵੀ ਤੁਸੀਂ ਦੇਖਿਆ ਹੋਣਾ ਸਕੂਲ ਗਈ ਹੈ, ਉਹਨਾਂ ਨੂੰ 2 ਵਜੇ ਛੁੱਟੀ ਹੁੰਦੀ, 1:30-2 ਵਜੇ, ਇਸ ਤਰ੍ਹਾਂ ਹੀ ਹੈ ਨਾ। ਤੇ ਤੈਨੂੰ ਹੋ ਜਾਂਦੀ ਇੰਨੀ ਜਲਦੀ। ਇਹ ਕੀ ਵੱਡੀਆਂ ਕਲਾਸਾਂ ਦਾ ਆ ਫਾਇਦਾ, ਇਸ ਵਜ੍ਹਾ ਤੋਂ ਹੀ ਨਾ ਇਹ ਬਾਈਕ ਤੇ ਜਾਂਦੀ ਤੇ ਬਾਈਕ ਤੇ ਆਂਦੀ, ਕਿਉਂਕਿ ਇਹਨੇ ਜਾਣਾ ਵੀ ਲੇਟ ਹੁੰਦਾ ਤੇ ਆਉਣਾ ਵੀ ਪਹਿਲੇ ਹੁੰਦਾ। ਇਕਰਾ ਦਾ ਘਰ ਹੈ ਨਾ, ਉੱਥੇ ਤੁਸੀਂ ਦੇਖ ਲਓ ਕਿ ਮਾਸ਼ਾਅੱਲਾ ਬਣ ਚੁੱਕਿਆ, ਸੋਲੰਗ ਲੱਗ ਚੁੱਕਿਆ, ਇੱਧਰ ਵੀ ਲੱਗ ਗਿਆ, ਇੱਧਰ ਵੀ। ਬੜੀ ਦੇਰ ਬਾਅਦ ਇਹ ਇੱਕ ਸਹੂਲਤ ਜਿਹੜੀ ਇਸ ਪਿੰਡ 'ਚ ਆਈ। ਬਾਕੀ ਪਿੰਡਾਂ ਦੇ ਵਿੱਚ ਅੱਜ ਤੋਂ 30-35 ਸਾਲ ਇਹ ਸਹੂਲਤ ਆ ਗਈ ਸੀ, ਉਹ ਇੱਥੇ ਹੁਣ ਆਈ। ਤੇ ਉਹ ਉੱਥੇ ਨਾ ਇੱਕ ਨੁਕਸਾਨ ਹੋ ਗਿਆ ਕਿ ਇੱਥੇ ਕਾਫੀ ਵੱਡੇ ਵੱਡੇ ਦਰਖਤ ਸਨ, ਉਹ ਜਿੱਥੇ ਬੱਚੀ ਖੇਲਣ ਡਈ ਦੀਵਾਰ ਦੇ ਨਾਲ, ਤੇ ਉਹ ਸਾਰੇ ਦਰਖਤ ਵੀ ਨਾ ਪੁੱਟੇ ਗਏ ਨੇ। ਸਿਰਫ ਆ ਸੋਲੰਗ ਦੀ ਵਜ੍ਹਾ ਤੋਂ ਨਾ ਉਹ ਪੁੱਟਣੇ ਪਏ, ਕਿਉਂਕਿ ਸੋਲੰਗ ਜਿਹੜਾ ਬਾਜ਼ਾਰ ਹੈ ਨਾ, ਇਹ ਬਾਜ਼ਾਰ ਹੁੰਦਾ ਹੈ ਇੱਥੋਂ ਸ਼ੁਰੂ। ਪਿੱਛੋਂ ਵੇਖੋਗੇ ਨਾ ਇੱਧਰਲੀ ਸਾਈਡ ਤੇ ਜ਼ਿਆਦਾ ਸੋਲੰਗ ਹੈ, ਕਿਉਂਕਿ ਬਾਜ਼ਾਰ ਜਿਹੜਾ ਇੱਥੋਂ ਸ਼ੁਰੂ ਹੋ ਕੇ ਤੇ ਇੱਧਰ 30 ਫੁੱਟ। ਇਹ ਬਾਜ਼ਾਰ ਸਿੱਧੇ ਨਹੀਂ ਬਣੇ ਹੋਏ, ਤੇ ਲੋਕਾਂ ਨੇ ਜਿੱਥੇ ਘਰ ਬਣੇ ਨਾ ਉੱਥੇ ਬਣਾ ਲਏ, ਤੇ ਹੁਣ ਬੜਾ ਨੁਕਸਾਨ ਹੋ ਰਿਹਾ। ਜਿੰਨੇ ਵੀ ਉੱਥੇ ਪੌਦੇ ਲੱਗੇ ਸਨ ਸਾਰੇ ਦੇ ਸਾਰੇ ਪੁੱਟੇ ਗਏ। ਚਲੋ ਬੇਟਾ ਬੈਠੋ ਤੇ ਮੈਂ ਤੁਹਾਨੂੰ ਛੱਡ ਆਵਾਂ। ਤੁਸੀਂ ਅਕਸਰ ਵੇਖਿਆ ਹੋਣਾ ਕਿ ਵਲੌਗ ਦੇ ਵਿੱਚ ਨਾ ਮੇਰਾ ਹੋ ਜਾਂਦਾ ਪੈਟਰੋਲ ਖਤਮ। ਮੈਨੂੰ ਇਹ ਫਿਕਰ ਹੈ ਕਿ ਇਹਦਾ ਜਿੰਨਾ ਹੁਣ ਖਤਮ ਹੋ ਜੇ, ਹੈ ਵੀ 125 ਤੇ ਪੈਟਰੋਲ ਜਿਹੜਾ CD70 ਨਾਲੋਂ ਜ਼ਿਆਦਾ ਪੀਂਦਾ। ਇੰਨਾ ਪੈਟਰੋਲ ਹੈਗਾ ਕਿ ਉੱਥੇ ਪਹੁੰਚ ਜਾਈਏ ਤੇ ਉੱਥੋਂ ਫਿਰ ਪਵਾ ਲਾਂਗੇ। ਰਾਹ ਜਿਹੜਾ ਇਨਸ਼ਾਅੱਲਾ ਖਤਮ ਹੋ ਜਾਏਗਾ ਕਿ ਰਾਹ 'ਚ ਪੈਟਰੋਲ ਮੁੱਕ ਜਾਂਦਾ। ਭਾਈ ਮੈਨੂੰ ਡੇਗਣ ਲੱਗਾ ਸੀ। अच्छा तो आगे हो रही है गन्नों की कटाई, हमारे हो गई है, कुछ और हो गई है, ये देखें हो गई है, ये ज़्यादातर हो गई है, थोड़ी सी रहती है। आप सबके यहाँ भी हो गई होगी सारी, बताएं ज़रा कमेंट में हो गई है या नहीं। यहाँ मट्टी इतनी है कि भाई से चलती नहीं है, पहले गिराने लगे थे वहाँ पे, इनसे अच्छी तो मैं चला लेती हूँ यहाँ पे। ये देखिए गन्नों की कटाई हो रही है। ਮੈਨੂੰ ਤੇ ਬਾਈਕ ਚਲਾਉਣ ਦਾ ਇੰਨਾ ਦੇਰ ਦੇ ਵਿੱਚ ਐਕਸਪੀਰੀਅੰਸ ਨਹੀਂ ਹੈ। क्रैशर भी लगी है। अल्लाह खैर ना सलामत पहुंचा दे उन्हें कॉलेज। ये देखें बच्चे भी स्कूल जा रहे हैं और मैं भी जा रही हूँ कॉलेज। ਦੋਸਤੋ ਅੱਜ ਦਾ ਦਿਨ ਜਿਹੜਾ ਨਾ ਬੜਾ ਖਾਸ ਹੋਣ ਵਾਲਾ, ਕਿਉਂਕਿ ਜਿਸ ਕੰਮ ਵਾਸਤੇ ਮੈਂ ਆਇਆ ਨਾ, ਬੰਦੇ ਛੱਡ ਦਿੱਤੇ ਹੋਏ ਰੈਕੀ ਦੇ ਉੱਤੇ, ਤੇ ਉਹ ਬੰਦੇ ਸਾਨੂੰ ਪਲ ਪਲ ਦੀ ਰਿਪੋਰਟ ਦੇ ਰਹੇ ਨੇ, ਇੱਕ ਇੱਕ ਰਿਪੋਰਟ। ਅੱਗੇ ਜਨਾਬ ਆ ਗਿਆ ਮੇਨ ਰੋਡ, ਤੁਹਾਨੂੰ ਮੈਂ ਜ਼ਰਾ ਤਫਸੀਲ ਨਾਲ ਗੱਲ ਦੱਸਦਾ ਅੱਗੇ ਥੋੜੀ ਜਾ ਕੇ। ਜਨਾਬ ਸਾਨੂੰ ਇੱਕ ਇੱਕ ਪਲ ਦੀ ਰਿਪੋਰਟ ਦੇ ਰਹੇ ਨੇ ਕਿ ਉਹ ਕਾਜ਼ਮ ਪੀਰ ਦੇ ਬੰਦੇ ਦੀ ਕਿਹੜੀ ਜਗ੍ਹਾ ਤੇ। ਤੇ ਉਹ ਅਸੀਂ ਕਰਨੀ ਹੁਣ ਰੈਕੀ। ਉਹ ਰੈਕੀ ਦੇ ਵਿੱਚ ਨਾ ਦੇਖਣਾ ਕਿ ਕਿਹੜੇ ਕਿਹੜੇ ਬੰਦੇ ਆ ਰਹੇ, ਜਿੰਨੇ ਵੀ ਆਏ ਨਾ ਉਹ ਸਾਰੇ ਚੁੱਕਣੇ ਨੇ, ਜਿਹੜਾ ਬੰਦਾ ਆਇਆ ਪੂਰੀ। ਹੁਣ ਅਸੀਂ ਪੂਰਾ ਗੈਂਗ ਬਣ ਕੇ ਤੇ ਇਨਸ਼ਾਅੱਲਾ ਵੀਰ ਦਾ ਅੱਜ ਦਾ ਵਲੌਗ ਤੁਸੀਂ ਵੇਖੋਗੇ ਨਾ ਬੜਾ ਹੀ ਧਾਸੂ ਹੋਣ ਵਾਲਾ। ਆ ਦੇਖ ਲਓ, ਮੈਂ ਵੀ ਉਹ ਬੰਦੇ ਨੂੰ ਮਿਲਣ ਜਾ ਰਿਹਾ, ਨਾਲ ਇਕਰਾ ਨੂੰ ਛੱਡ ਆਵਾਂਗਾ ਤੇ ਨਾਲੇ ਆਪਣਾ ਕੰਮ ਹੈ ਨਾ ਉਹ ਕਰ ਲਾਂਗੇ। लो जी मेरा कॉलेज तो आ गया, मैं जा रही हूँ। ओके बेटा। पेपर भी हो रहा है, पेपर हो रहा है 9th का, लास्ट है शायद आज। ਦੋਸਤੋ ਇਕਰਾ ਨੂੰ ਮੈਂ ਉਹਦੇ ਕਾਲਜ ਦੇ ਸਾਹਮਣੇ ਲਾਇਆ ਤੇ ਹੁਣ ਜਾ ਰਿਹਾ ਮੈਂ ਚੌਕ ਵਾਲੀ ਸਾਈਡ ਤੇ। ਤੁਸੀਂ ਸਾਹਮਣੇ ਦੇਖ ਸਕਦੇ ਹੋ ਚੌਕ ਮੁੰਡੇ ਦਾ ਲੈਂਡਮਾਰਕ ਤੁਹਾਨੂੰ ਨਜ਼ਰ ਆ ਰਿਹਾ ਹੁਣ ਸਾਹਮਣੇ, ਉਹ ਸਾਹਮਣੇ ਦਾ ਅੰਦਰ ਆ ਰਿਹਾ ਨਜ਼ਰ। ਹਾਂਜੀ ਉੱਥੇ ਜਾ ਰਹੇ ਹਾਂ ਇਨਸ਼ਾਅੱਲਾ। ਅਸੀਂ ਜਿਹੜਾ ਬੰਦਾ ਰੈਕੀ ਤੇ ਲਾਇਆ ਨਾ ਉਹਦੇ ਨਾਲ ਮਿਲ ਕੇ ਤੇ ਉਹਦੇ ਨਾਲ ਗੱਲਬਾਤ ਕਰਕੇ ਕੀ ਉਹਦਾ ਸਟੇਟਸ ਹੈ ਉਹ ਸਾਰਾ ਲੈ ਕੇ ਤੇ ਫਿਰ ਚੱਲਦੇ ਹਾਂ ਘਰ। ਦੋਸਤੋ ਜਿਵੇਂ ਕਿ ਸਵੇਰ ਦਾ ਟਾਈਮ ਹੈ, ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਰਵਾਂ-ਦਵਾਂ ਆਸਤਾ ਆਸਤਾ, ਤੇ ਹੁਣੇ ਰਸ਼ ਜ਼ਿਆਦਾ ਪੈਣਾ ਸ਼ੁਰੂ ਹੋ ਜਾਣਾ। ਲੋਕ ਜਿਹੜੇ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਹੈ
ਕੋਈ ਰਕਸ਼ਿਆਂ ਤੇ ਆ ਰਿਹਾ, ਕੋਈ ਮੋਟਰਸਾਈਕਲਾਂ ਤੇ ਆ ਰਿਹਾ। ਸਾਡਾ ਬੰਦਾ ਜਿਹੜਾ ਉਹ ਆਪਣੀ ਰੈਕੀ ਤੇ ਲੱਗਾ ਹੋਇਆ, ਜਿਵੇਂ ਹੀ ਉਹਨੇ ਕੋਈ ਰਿਪੋਰਟ ਦਿੱਤੀ ਉਹ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਤੇ ਅੱਜ ਲਾਜ਼ਮੀ ਅੱਜ ਮੈਂ ਇਸੇ ਵਜ੍ਹਾ ਤੋਂ ਜਿਵੇਂ ਕਿ ਤੁਹਾਨੂੰ ਪਤਾ ਕਿ ਆਇਆ ਤੇ ਚੌਕ ਦੇ ਵਿੱਚ ਖੜਾ, ਪਿੱਛੇ ਬੈਕ ਸਾਈਡ ਤੇ ਮਸਜਿਦ ਦੇਖ ਸਕਦੇ ਹੋ। ਇੱਥੇ ਇਸ ਟਾਈਮ ਮੈਂ ਖੜਾ ਉਹਨਾਂ ਦਾ ਵੇਟ ਕਰ ਰਿਹਾ। ਦੋਸਤੋ ਜਿਹੜੀ ਜਗ੍ਹਾ ਤੇ ਮੈਂ ਖੜਾ ਨਾ ਇਸ ਟਾਈਮ, ਇੱਥੇ ਕਿਸੇ ਦੌਰ ਦੇ ਵਿੱਚ ਅੱਜ ਤੋਂ ਸਾਲ ਡੇਢ ਸਾਲ ਪਿੱਛੇ ਅਗਰ ਤੁਸੀਂ ਵਿਹਲੇ ਮੁੰਡੇ ਦੀ ਵੀਡੀਓ ਵੇਖੋਗੇ ਜਾਂ ਵੈਸੇ ਕੋਈ ਜਾਣਦਾ ਨਾ ਤੇ ਤੁਸੀਂ ਤੁਹਾਨੂੰ ਪਤਾ ਹੋਣਾ ਕਿ ਆ ਪੂਰਾ ਜਿਹੜਾ ਸੀ ਨਾ ਇੱਥੇ ਦੁਕਾਨਾਂ ਸੀ ਬਹੁਤ ਸਾਰੀਆਂ ਖੋਖੇ ਬਣੇ ਹੋਏ ਸੀ। ਹੁਣ ਨਾ ਕਾਫੀ ਰੋਡ ਕੁਸ਼ਾਦਾ ਕਰ ਦਿੱਤਾ ਗਿਆ, ਕਾਫੀ ਖੁੱਲਾ ਕਰ ਦਿੱਤਾ ਗਿਆ, ਜਿੰਨੇ ਵੀ ਤਜਾਵਜ਼ਾਤ ਸਨ ਉਹ ਖਤਮ ਕਰ ਦਿੱਤੀਆਂ ਗਈਆਂ ਤੇ ਰੋਡ ਮਾਸ਼ਾਅੱਲਾ ਕਾਫੀ ਖੁੱਲਾ ਹੋ ਗਿਆ। ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਧਰ ਵੀ ਉਹ ਪਰਲੀ ਸਾਈਡ ਤੇ ਵੀ ਲੋਕਾਂ ਨੇ ਕੋਈ ਪਾਰਕਿੰਗ ਵਗੈਰਾ ਆਰਜ਼ੀ ਤੌਰ ਤੇ ਜਿਵੇਂ ਖੜੀ, ਜਿਵੇਂ ਮੈਂ ਖੜਾ ਤੇ ਆਰਜ਼ੀ ਤੌਰ ਤੇ ਖੜੀ ਕਰ ਲੈਂਦੇ। ਤੇ ਦੋਸਤੋ ਆ ਜਿਹੜੀ ਪਿੱਛੇ ਮਸਜਿਦ ਦੇਖ ਰਹੇ ਹੋ ਨਾ ਤੁਸੀਂ, ਇਹ ਬਹੁਤ ਪੁਰਾਣੀ ਮਸਜਿਦ ਹੈ। ਇਹ ਮਸਜਿਦ ਤਕਰੀਬਨ ਅੱਜ ਤੋਂ 30-35 ਸਾਲ ਪਹਿਲੇ ਤੋਂ ਮੈਂ ਆ ਰਿਹਾ ਨਾ ਇੱਥੇ, ਇਹ ਉਦੋਂ ਦੀ ਮਸਜਿਦ ਹੈ। ਉਦੋਂ ਇਹ ਸਿਰਫ ਇੱਕ ਮਸਜਿਦ ਹੁੰਦੀ ਸੀ ਔਰ ਨਾ ਦੀਵਾਰ ਹੁੰਦੀ ਸੀ ਤੇ ਨਾ ਹੀ ਰੋਡ ਹੁੰਦਾ ਸੀ, ਛੋਟਾ ਜਿਹਾ ਇੱਕ ਰੋਡ ਹੁੰਦਾ ਸੀ। ਚੌਕ ਮੁੰਡੇ ਤੋਂ ਕੋਟ ਅੱਧੂ ਦਾ ਰੋਡ ਸਿਰਫ 12 ਫੁੱਟ ਦਾ ਰੋਡ ਸੀ। ਤੇ ਉਦੋਂ ਦਾ ਮੈਂ ਇੱਥੇ ਆਉਣਾ ਸ਼ੁਰੂ ਕੀਤਾ। ਚੌਕ ਦੇ ਦਾ ਜਿਹੜਾ ਮੀਨਾਰ ਬਣਿਆ ਚੌਕ ਦੇ ਵਿੱਚ, ਇਹ ਉਦੋਂ ਚੌਕ ਦੇ ਵਿੱਚ ਮੀਨਾਰ ਵੀ ਕੋਈ ਨਹੀਂ ਸੀ ਹੁੰਦਾ। ਉਦੋਂ ਦਾ ਮੈਂ ਇੱਥੇ ਆ ਰਿਹਾ ਅਲਹਮਦੁਲਿਲਾ, ਕਿਉਂਕਿ ਪੁਰਾਣੀ ਰਿਸ਼ਤੇਦਾਰੀ ਇੱਥੇ ਬਹੁਤ ਜ਼ਿਆਦਾ। ਹੁਣ ਕਾਫੀ ਤਰੱਕੀ ਕਰ ਗਿਆ, ਸ਼ਾਇਦ ਪਹਿਲੇ ਇੰਨੀ ਤਰੱਕੀ ਨਹੀਂ ਸੀ ਹੈਗੀ। 2005-6 ਤੱਕ ਦੇ ਇਸ ਤਰ੍ਹਾਂ ਦੀ ਹਾਲਤ ਰਹੀ ਇੱਥੇ ਕਿ ਇੱਕ ਅੱਧਾ ਰਕਸ਼ਾ ਜਾਂਦਾ ਹੁੰਦਾ ਸੀ ਜਿਹੜਾ 56 ਨੂੰ 55 ਨੂੰ 54 ਨੂੰ 4-5 ਪਿੰਡ ਨੇ ਸਾਡੇ, ਉੱਥੇ ਸਿਰਫ ਇੱਕ ਅੱਧਾ ਰਕਸ਼ਾ ਜਾਂਦਾ ਸੀ। ਉਹ ਵੀ ਸਵੇਰ ਜਾਂਦਾ ਸੀ ਜਾਂ ਸ਼ਾਮ ਨੂੰ 2 ਟਾਈਮ ਸੀ। ਬਾਕੀ ਸਾਰਾ ਦਿਨ ਵੇਟ ਕਰਨਾ ਪੈਂਦਾ ਸੀ ਐਸੇ ਜਗ੍ਹਾ ਤੇ ਜਿੱਥੇ ਮੈਂ ਖੜਾ ਨਾ, ਇੱਥੇ ਵੇਟ ਕਰਨਾ ਪੈਂਦਾ ਸੀ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਸਾਇਆ ਵੀ ਹੈ ਤੇ ਲੋਕ ਜਿਹੜੇ ਨਾਲ ਬੀਬੀਆਂ ਭੈਣਾਂ ਸਵਾਰੀਆਂ ਜਿਹੜੀਆਂ ਇੱਥੇ ਵੇਟ ਕਰਦੀਆਂ ਸੀ ਸਾਏ ਦੇ ਥੱਲੇ। ਤੇ ਸਵੇਰ ਆ ਜਾਂਦੇ ਅਸੀਂ ਸਾਰਾ ਦਿਨ ਆਪਣੀ ਖਰੀਦਦਾਰੀ ਕਰ ਕੇ ਸ਼ਾਮੀ ਜਦੋਂ ਜਾਣਾ ਨਾ ਉਦੋਂ ਤੱਕ ਅਗਰ ਕੋਈ ਪਹਿਲੇ ਵੀ ਆ ਜਾਂਦਾ ਸੀ ਤੇ ਇੱਥੇ ਵੇਟ ਕਰਕੇ ਤੇ ਰਕਸ਼ੇ ਤੇ ਜਾਂਦਾ ਸੀ। ਲੇਕਿਨ ਹੁਣ ਅਲਹਮਦੁਲਿਲਾ ਬਹੁਤ ਸਾਰੀਆਂ ਸਹੂਲਤਾਂ ਆ ਗਈਆਂ, ਜਿਵੇਂ ਕਿ ਮੈਂ ਵੀ ਬਾਈਕ ਤੇ ਆ। ਇਸ ਤਰ੍ਹਾਂ ਹਰ ਘਰ ਦੇ ਵਿੱਚ ਤਕਰੀਬਨ ਪਿਛਲੇ 15 ਤੋਂ 20 ਸਾਲਾਂ ਦੇ ਵਿੱਚ ਬਹੁਤ ਫਰਕ ਪੈ ਗਿਆ, ਹਰ ਘਰ ਦੇ ਵਿੱਚ ਬਾਈਕ ਆ ਗਈ। ਹੁਣ ਦੋਸਤੋ ਚੱਲਦੇ ਆ, ਜੈਕੀ ਜਿਹੜਾ ਬੰਦਾ ਕਰ ਰਿਹਾ ਉਹਦੇ ਕੋਲ ਜਾ ਕੇ ਤੇ ਥੋੜੀ ਜਿਹੀ ਮਾਲੂਮਾਤ ਲੈਂਦੇ ਆ। ਉਹਨੂੰ ਜ਼ਰਾ ਸਾਈਡ ਤੇ ਬੁਲਾ ਕੇ ਸ਼ੋਅ ਨਹੀਂ ਕਰਵਾ ਸਕਦੇ ਕਿਉਂਕਿ ਵੀਡੀਓ ਸ਼ੋਅ ਕਰਵਾਤਾ ਤੇ ਫਿਰ ਸਮਝੋ ਕਿ ਪੀਰ ਕਾਜ਼ਮ ਦੇ ਅੱਗੇ ਸ਼ੋਅ ਹੋ ਗਿਆ। ਹੁਣ ਮੈਂ ਫੋਨ ਕੀਤਾ, ਉਹ ਕਹਿੰਦਾ ਫਲਾਨੀ ਜਗ੍ਹਾ ਤੇ ਆਇਆ, ਉੱਥੇ ਜਾ ਕੇ ਮੁਲਾਕਾਤ ਕਰਕੇ ਨਾ ਉਹਦੇ ਨਾਲ ਥੋੜੀ ਤਫਸੀਲ ਲੈਂਦੇ ਆ ਕੀ ਹਿਸਾਬ ਕਿਤਾਬ ਹੈ। ਦੋਸਤੋ ਮੈਂ ਬੰਦੇ ਨੂੰ ਫੋਨ ਕਰਕੇ ਨਾ ਇੱਕ ਸਾਈਡ ਤੇ ਬੁਲਾਇਆ, ਮੈਂ ਕਿਹਾ ਇੱਧਰ ਜ਼ਰਾ ਨਾ ਚੌਕ ਵਾਲੀ ਸਾਈਡ ਤੇ ਆ ਜਾ ਕਿਉਂਕਿ ਉੱਥੇ ਰਸ਼ ਕਾਫੀ ਜ਼ਿਆਦਾ ਤੇ ਉੱਥੇ ਸਾਈਡ ਤੇ ਜ਼ਰਾ ਗੱਲਬਾਤ ਕਰ ਲਾਂਗੇ ਕਿਉਂਕਿ ਇੱਥੇ ਅਗਰ ਕਿਸੇ ਨੇ ਵੇਖ ਲਿਆ ਪੀਰ ਕਾਜ਼ਮ ਦੇ ਬੰਦੇ ਨੂੰ ਕਿਸੇ ਨੂੰ ਇਤਲਾਹ ਹੋ ਗਈ ਤੇ ਫਿਰ ਸਾਡਾ ਜਿਹੜਾ ਪਲਾਨ ਹੈ ਉਹ ਸਾਰਾ ਚੌਪਟ ਹੋ ਜਾਣਾ। ਦੋਸਤੋ ਬੰਦੇ ਨੂੰ ਮਿਲ ਲਿਆ, ਉਹਨੇ ਬੜੀ ਮੁਸਬਤ ਤੇ ਪੋਜ਼ਿਟਿਵ ਰਿਪੋਰਟ ਦਿੱਤੀ। ਉਹਨੇ ਕਿਹਾ ਜੀ ਸ਼ਾਮ ਤੱਕ ਨਾ ਕੁਛ ਅੱਜ ਇਨਸ਼ਾਅੱਲਾ ਅਜ਼ੀਜ਼ ਕੁਛ ਨਾ ਕੋਈ ਅੱਛੀ ਖਬਰ ਹੋਏਗੀ, ਕੋਈ ਬੜੀ ਜ਼ਬਰਦਸਤ ਚਟਪਟੀ ਜੀ ਖਬਰ ਮਿਲੇਗੀ ਇਨਸ਼ਾਅੱਲਾ। ਉਸ ਜਗ੍ਹਾ ਤੇ ਬੰਦੇ ਨੂੰ ਮੈਂ ਲਾ ਕੇ ਨਾ ਤੇ ਉੱਥੇ ਉਹਦੇ ਨਾਲ ਮੁਲਾਕਾਤ ਕੀਤੀ। ਥੋੜਾ ਜਿਹਾ ਉੱਥੇ ਹੈ ਦੁਕਾਨ ਇੱਕ ਦੋਸਤ ਦੀ, ਉਸ ਦੁਕਾਨ ਦੇ ਅੰਦਰ ਚਲੇ ਗਈ ਸੀ। ਉਹਨੇ ਕਿਹਾ ਜੀ ਸ਼ਾਮ ਤੱਕ ਇੱਕ ਅੱਧਾ ਬੰਦਾ ਜਿਹੜਾ ਨਾ ਲਾਜ਼ਮੀ ਬੰਦਾ ਫੜਾਂਗੇ ਇਨਸ਼ਾਅੱਲਾ ਅਜ਼ੀਜ਼। ਮੈਂ ਕਿਹਾ ਜ਼ਰਾ ਆਪਣੇ ਦੋਸਤਾਂ ਨੂੰ ਵਿਊਅਰਸ ਨੂੰ ਅਪਡੇਟ ਦੇ ਦਈਏ ਕਿ ਕੀ ਚੱਲ ਰਿਹਾ। ਦੋਸਤੋ ਹੁਣ ਜਿਹੜੀ ਮੁਲਾਕਾਤ ਹੋਏਗੀ ਨਾ ਤੇ ਮੈਂ ਆਪਣੇ ਸੁਬਾਹ ਦਾ ਨਾ ਆਪਣੇ ਵਲੌਗ ਦਾ ਇੰਟਰੋ ਵੀ ਨਹੀਂ ਕਰਵਾਇਆ ਤੇ ਅੱਜ ਤੇ ਆਪਣੇ ਵਲੌਗ ਦਾ ਇੰਟਰੋ ਕਰਾਵਾਂਗਾ ਮੈਂ ਬਿਰਲਾ ਮੁੰਡਾ ਹਾਊਸ ਦੇ ਸਾਹਮਣੇ ਤੇ ਉੱਥੇ ਜਾ ਕੇ ਨਾ ਤੇ ਵਲੌਗ ਦਾ ਇੰਟਰੋ ਕਰਵਾ ਕੇ ਤੇ ਫਿਰ ਅਸੀਂ ਆਪਣੇ ਕੰਮ ਨੂੰ ਸ਼ੁਰੂ ਹੋ ਜਾਣਾ। ਅੱਜ ਦੀ ਵੀਡੀਓ ਤੁਸੀਂ ਮਿਸ ਨਹੀਂ ਕਰਨੀ, ਸਕਿਪ ਨਹੀਂ ਕਰਨੀ ਅੱਜ ਦੀ, ਖਾਸ ਕਰ ਬਿਰਲਾ ਮੁੰਡਾ ਦੀ ਵੀਡੀਓ। ਇੱਕ ਗੱਲ ਹੋਰ ਦੋਸਤੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਕਿ ਮੈਨੂੰ ਨਾ ਇੱਥੇ ਤਕਰੀਬਨ ਅੱਧੇ ਤੋਂ ਪੌਣਾ ਘੰਟਾ ਹੋ ਗਿਆ ਇੱਥੇ ਖੜਿਆ ਹੋਇਆ ਤੇ ਇਹਦੇ ਵਿੱਚ ਤਕਰੀਬਨ 6 ਤੋਂ 7 ਬੱਚੇ ਜਿਹੜੇ ਨੇ, ਬੱਚੇ ਤੇ ਬੀਬੀਆਂ ਐਸੀਆਂ ਜਿਹੜੀਆਂ ਕਿ ਇੱਥੇ ਮੰਗਦੀਆਂ। ਬਹੁਤ ਕਾਰੋਬਾਰ ਬਣਾ ਲਿਆ ਲੋਕਾਂ ਨੇ, ਬਹੁਤ ਜ਼ਿਆਦਾ। ਸਾਡੇ ਲੋਕ ਜਿਹੜੇ ਨਾ ਇਹ ਮੰਗਣ ਵਾਲੇ ਪਾਸੇ ਨੂੰ ਜ਼ਿਆਦਾ ਚੱਲ ਗਏ, ਕੋਈ ਮਿਹਨਤ ਕਰਕੇ ਕੰਮ ਕਰਨਾ ਪਤਾ ਨਹੀਂ ਗਵਾਰਾ ਨਹੀਂ ਹੈਗਾ ਕਿ ਬਹੁਤ ਸਾਰੇ ਲੋਕ ਜਿਹੜੇ ਨਾ ਇੱਥੇ ਸਿਰਫ ਮੰਗਣ ਵਾਲੇ ਨੇ, ਮੰਗਦੇ ਨੇ। ਚਾਹ ਸਵੇਰੇ ਤੁਸੀਂ ਵੇਖੋਗੇ ਨਾ ਤੇ ਮੰਗਣ ਵਾਲੇ ਬਹੁਤ ਜ਼ਿਆਦਾ। ਇਹਦੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਵੇਖ ਲਓ, ਉਹ ਵੀ ਮੰਗਣ ਵਾਲੇ। ਤੇ ਜੇ ਮਰੀਮ ਨਵਾਜ਼ ਦਾ ਪ੍ਰੋਗਰਾਮ ਵੇਖ ਲਓ, ਜੇ ਇਮਰਾਨ ਖਾਨ ਦਾ ਪ੍ਰੋਗਰਾਮ ਵੇਖ ਲਓ, ਸਾਰੇ ਡੋਨੇਸ਼ਨ ਦਿੰਦੇ ਨੇ, ਡੋਨੇਸ਼ਨ ਨਾ ਕਿ ਉਹਨਾਂ ਨੂੰ ਕੋਈ ਰੋਜ਼ਗਾਰ ਦਿੰਦੇ। ਯਾਰ ਤੁਸੀਂ ਰੋਜ਼ਗਾਰ ਦੇ ਦਿਓ, ਕੋਈ ਉਹਨਾਂ ਨੂੰ ਕੰਮ ਹੁਨਰ ਸਿਖਾ ਦਿਓ ਤਾਂ ਕਿ ਉਹ ਆਪਣਾ ਕੰਮ ਕਰ ਲੈਣ। ਸਾਰੀ ਦੁਨੀਆ ਜਿਹੜੀ ਨਾ ਮੰਗਣ ਵਾਲਿਆਂ ਪਿੱਛੇ ਲੱਗੀ ਹੋਈ ਹੈ ਤੇ ਮੈਂ ਨਾ ਹੁਣ ਵਿਖਾਣਾ ਨਹੀਂ ਚਾਹੁੰਦਾ। ਮੇਰੇ ਤੇ ਆ ਫੇਰ ਸਾਹਮਣੇ ਆ ਕੇ ਖੜਾ ਹੋ ਗਿਆ, ਭਾਈ ਯਾਰ ਮਾਫ ਕਰ ਯਾਰ, ਮਿਹਰਬਾਨੀ। ਤੇ ਹਰ ਬੰਦਾ ਜਿਹੜਾ ਨਾ ਇਸੇ ਕੰਮ ਪਿੱਛੇ ਤੁਰ ਪਿਆ ਤੇ ਇਹ ਕੰਮ ਬਹੁਤ ਜ਼ਿਆਦਾ ਵੱਧ ਗਿਆ ਯਾਰ। ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ, ਜਿਹੜੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਕਿ ਵਾਕਈ ਜ਼ਰੂਰਤਮੰਦ, ਤੁਹਾਨੂੰ ਪਤਾ ਲੱਗ ਜਾਂਦਾ ਯਾਰ ਬੱਚੇ ਦੀ ਫੀਸ ਨਹੀਂ ਅਦਾ ਹੋ ਸਕਦੀ, ਜਿਹਦਾ ਖਾਤਾ ਲੱਗਾ ਦੁਕਾਨ ਦੇ ਵਿੱਚ, ਤੁਸੀਂ ਦੁਕਾਨਦਾਰਾਂ ਕੋਲੋਂ ਪੁੱਛ ਲਓ ਯਾਰ ਕਿਹੜਾ ਬੰਦਾ ਜ਼ਰੂਰਤਮੰਦ ਹੈ। ਤੁਹਾਨੂੰ ਚੀਖ ਕੇ ਖਾਤੇ ਜਿਹੜੇ ਨਾ ਦੁਕਾਨਦਾਰਾਂ ਦੇ ਕੋਲ ਲੱਗੇ, ਉਹ ਚੀਖ ਕੇ ਦੱਸਦੇ ਯਾਰ ਆਹ ਬੰਦਾ ਜ਼ਰੂਰਤਮੰਦ ਹੈ, ਇਸ ਬੰਦੇ ਨੂੰ ਜ਼ਰੂਰਤ ਹੈ। ਜਿਹੜਾ ਕਾਰੋਬਾਰ ਬਣਾਇਆ ਨਾ ਇਹਨਾਂ ਨੇ ਥੋੜਾ ਜਿਹਾ ਅਵਾਇਡ ਕਰਿਆ ਕਰੋ। ਬਾਕੀ ਜ਼ਰੂਰਤਮੰਦ ਇਹ ਵੀ ਸ਼ਾਇਦ ਹੋਣ ਨਾ ਹੋਣ, ਲੇਕਿਨ ਇਹ ਹੁਣ ਇੱਕ ਕਾਰੋਬਾਰ
ਬਾਜ਼ਾਰ ਬਣ ਗਿਆ। ਜਿਵੇਂ ਦੋਸਤੋ ਤੁਹਾਨੂੰ ਦੱਸਿਆ ਸੀ ਕਿ ਇਹ ਚੌਕ ਹੋ ਗਿਆ ਵਾਵਾ ਸਾਰਾ ਖੁੱਲਾ। ਇੱਧਰ ਵੀ ਕਾਫੀ ਸਾਰੀ ਮਾਰਕੀਟ ਬਣੀ ਸੀ ਰੋਡ ਦੇ ਉੱਪਰ, ਉਹ ਸਾਹਮਣੇ ਵੀ ਸੀ, ਇੱਧਰ ਵੀ ਸੀ, ਫਿਰ ਇਸ ਸਾਈਡ ਤੇ ਸੀ ਤੇ ਉਹ ਪਰਲੀ ਸਾਈਡ ਤੇ ਤੁਹਾਨੂੰ ਦਿਖਾਤੀ ਉਹ ਮਸਜਿਦ ਦਾ ਮੀਨਾਰ ਤੁਹਾਨੂੰ ਨਜ਼ਰ ਆ ਰਿਹਾ, ਉਹ ਉੱਥੇ ਤੁਹਾਨੂੰ ਦਿਖਾਤੀ ਕਿ ਉਹ ਸਾਰਾ ਰੋਡ ਜਿਹੜਾ ਬਿਲਕੁਲ ਹੋ ਗਿਆ ਸੀ। ਹਾਂਜੀ ਕੀ ਹਾਲ ਹੈ, ਠੀਕ ਹੋ? ਤੇ ਆਹ ਤੁਸੀਂ ਦੇਖ ਲਓ ਮਾਸ਼ਾਅੱਲਾ ਕਿ ਹੁਣ ਨਾ ਇੱਥੇ ਬੱਸ ਦਾ ਸਟੈਂਡ ਹੈ, ਇੱਥੇ ਬੱਸ ਆ ਕੇ ਖੜੀ ਹੁੰਦੀ ਤੇ ਇੱਥੇ ਮੇਰੇ ਮਾਮੂ ਜਿਹੜਾ ਉਹ ਵੀ ਇੱਥੇ ਰਕਸ਼ਾ ਚਲਾਉਂਦਾ। ਫੋਨ ਆਇਆ ਮੈਨੂੰ ਕਿ ਉਹਨੂੰ ਮਿਲ ਕੇ ਜਾਈਂ, ਮੈਂ ਉਹਦਾ ਵੇਟ ਕਰਕੇ ਮਿਲ ਕੇ ਤੇ ਫੇਰ ਅੱਗੇ ਜਾ। ਉਹ ਬੰਦਾ ਤੁਸੀਂ ਦੇਖ ਰਹੇ ਹੋ ਦੋਸਤੋ ਭੱਜਾ ਹੋਇਆ ਜਾ ਰਿਹਾ। ਤੇ ਇਹ ਪਾਣੀ ਵਗੈਰਾ ਜਿਵੇਂ ਕਿ ਅੱਜ ਕੱਲ੍ਹ ਗਰਮੀਆਂ ਆ ਗਈਆਂ, ਪਾਣੀ ਵਗੈਰਾ ਲੋਕ ਪਿਲਾਉਣਾ ਸ਼ੁਰੂ ਕਰ ਦਿੱਤਾ ਨਾ, ਬਹੁਤ ਸਾਰੇ ਲੋਕ ਪਾਣੀ ਪਿਲਾਉਂਦੇ। ਹਾਂਜੀ ਆ ਜਾਓ ਆ ਜਾਓ ਆ ਜਾਓ। ਬਹੁਤ ਸਾਰੇ ਲੋਕ ਕੋਈ ਪਾਣੀ ਪਿਲਾ ਰਿਹਾ। ਅਸਲਾਮ ਵਾਲੇਕਮ ਭਾਈ ਜੀ, ਤੁਹਾਡੀ ਵੀਡੀਓ ਬਣਾ ਲਈਏ ਥੋੜੀ ਜੀ। ਅਲਹਮਦੁਲਿਲਾ ਜੀ। ਹਾਂਜੀ ਕੀ ਹਾਲ ਹੈ, ਠੀਕ ਹੋ? ਅਸਲਾਮ ਵਾਲੇਕਮ। ਹਾਂਜੀ ਭਾਈ ਜਾਨ ਕੀ ਹਾਲ, ਠੀਕ ਹੋ? ਸਿਹਤ ਠੀਕ ਹੈ ਮਾਸ਼ਾਅੱਲਾ। ਕੀ ਰੱਖਿਆ ਹੋਇਆ ਭਾਈ? ਇਹ ਚਨੇ ਵੇਚਦੇ ਹੋ? ਸਹੀ ਚੱਲ ਰਹੀ ਦਿਹਾੜੀ? ਅਲਹਮਦੁਲਿਲਾ। ਲੋ ਜੀ ਵੇਖਿਆ ਆ ਹੁੰਦੀ ਅਸਲ ਰੋਜ਼ੀ, ਹੱਕ ਹਲਾਲ ਦੀ ਰੋਜ਼ੀ, ਜਿਹਨੂੰ ਕਿ ਇੰਨੀ ਗਰਮੀ ਦੇ ਵਿੱਚ ਹਜੇ ਹੋਰ ਗਰਮੀ ਵੱਧ ਜਾਣੀ, ਟੈਂਪਰੇਚਰ ਹਜੇ ਗਰਮੀ ਘੱਟ ਹੈ ਨਾ। ਇਸ ਤਰ੍ਹਾਂ ਹੀ ਸਾਰਾ ਦਿਨ ਇਸ ਤਰ੍ਹਾਂ ਗੁਜ਼ਰ ਜਾਂਦਾ। ਕਿੰਨੇ ਵਜੇ ਤੱਕ ਇੱਥੇ ਰਹਿੰਦੇ ਹੋ? 4 ਵਜੇ ਤੱਕ। ਹਾਂਜੀ 4 ਵਜੇ ਤੱਕ। 4 ਵਜੇ ਤੱਕ। ਉਸ ਤੋਂ ਬਾਅਦ ਚਲੇ ਜਾਂਦੇ? ਬਾਅਦ 'ਚ ਨਹੀਂ ਵੇਖਦੇ? ਹਾਂ ਬਾਅਦ 'ਚ ਵੇਖਦੇ ਨਹੀਂ? ਨਹੀਂ, ਮੁੱਕ ਜਾਣਾ, ਕੰਮ ਤਾਂ ਖਤਮ ਹੋ ਜਾਣਾ। ਅੱਛਾ ਖਤਮ ਹੋ ਜਾਂਦਾ। ਹਾਂ। ਅੱਛਾ ਫਿਰ ਕਿ ਸਹੀ ਜਾ ਰਿਹਾ ਕਾਰੋਬਾਰ, ਸਹੀ ਜਾ ਰਿਹਾ। ਹੋਰ ਘਰ-ਬਾਰ ਸਭ ਠੀਕ ਹੈ? ਆ ਦੇਖੋ ਇੱਕ ਆ ਭਾਈ ਹੈ, ਤੁਸੀਂ ਵੀ ਕਿੰਨੀ ਵਜੇ ਤੱਕ ਤੁਹਾਡਾ ਕੰਮ ਵੇਲਾ? 8 ਵਜੇ। 8 ਵਜੇ ਤੱਕ, ਸ਼ਾਮ 8 ਵਜੇ ਤੱਕ ਚੱਲਦਾ ਰਹਿੰਦਾ। ਵਾਹ ਯਾਰ, ਤੇ ਸਹੀ ਕੰਮ ਸਹੀ ਜਾ ਰਿਹਾ, ਘਰ-ਬਾਰ ਚੱਲ ਰਿਹਾ? ਹਾਂਜੀ ਭਾਈਆ ਨਾ, ਇਹ ਅਸਲ 'ਚ ਕਾਰੋਬਾਰ, ਅਸਲ 'ਚ ਰੋਜ਼ੀ ਕਮਾਉਣਾ, ਠੀਕ ਹੈ। ਜਿਹੜਾ ਮੰਗ ਕੇ ਕਮਾਉਣਾ ਜਾਂ ਦੂਸਰਿਆਂ ਦੇ ਕੋਲੋਂ ਚੇਂਜਿੰਗ ਕਰਕੇ, ਇਹ ਜਿਹੜਾ ਨਾ ਆਪਣੀ ਇੱਜ਼ਤ ਤੇ ਨਫਸ ਇੱਕ ਮਜਰੂਹ ਹੁੰਦੀ ਹੈ, ਤੇ ਦੂਸਰਾ ਲੋਕਾਂ ਦੀਆਂ ਨਜ਼ਰਾਂ 'ਚ ਤੁਹਾਡੀ ਇੱਜ਼ਤ ਨਹੀਂ ਰਹਿੰਦੀ, ਆਪਣੀਆਂ ਨਜ਼ਰਾਂ 'ਚ ਨਹੀਂ ਇੱਜ਼ਤ ਰਹਿੰਦੀ। ਅਸਲ ਇੱਜ਼ਤ ਇਹ ਹੈ ਕਿ ਤੁਸੀਂ ਮਿਹਨਤ ਕਰੋ, ਜਿੰਨੀ ਵੀ ਮਿਹਨਤ ਹੋ ਸਕਦੀ। ਜਿਵੇਂ ਆ ਭਾਈ ਹੋਰੀ ਇੱਥੇ ਮੈਂ ਦੇਖਿਆ ਕਿ 4-5 ਜਿਹੜੇ ਕੂਲਰ ਰੱਖੇ ਉਹ ਪਾਣੀ ਪਿਲਾਉਣ ਦੇ। ਅੱਛਾ ਭਾਈ ਜਾਨ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਮੋਬਾਈਲ ਹੈਗੇ, ਟੱਚ ਮੋਬਾਈਲ, ਵੀਡੀਓ ਵੇਖਣ ਵਾਲੇ? ਵੀਡੀਓ ਵੇਖਦੇ ਹੁੰਦੇ ਹੋ? ਕਿਹਦੀਆਂ ਵੀਡੀਓ ਵੇਖਦੇ ਹੋ? ਕਿਹਦੀ? ਵੇਲੇ ਮਿੰਟ ਦੀਆਂ ਵੀਡੀਓ ਤੁਸੀਂ ਵੇਖਦੇ ਹੋ? ਵੇਖਦੇ ਵੇਲੇ ਮਿੰਟ ਦੀਆਂ? ਅੱਛਾ ਮੈਨੂੰ ਵੇਖਿਆ ਵਿੱਚ ਕਦੀ? ਹਾਂਜੀ ਵੇਖਦੇ ਹੋ? ਚਲੋ ਯਾਰ ਮੈਨੂੰ ਵੀ ਵੇਖ ਲਿਆ ਕਰੋ ਹੈ। ਹਾਂ ਸਬਸਕ੍ਰਾਈਬ ਬਣ ਜਾਓ, ਠੀਕ ਹੈ। ਨਾਂ ਕੀ ਆਪਣਾ ਦੱਸਿਆ? ਸਫਦਰ। ਤੁਹਾਡਾ ਨਾਂ? ਬਾਕਰ। ਠੀਕ ਠੀਕ ਹੋ ਗਿਆ ਜੀ, ਮਿਹਰਬਾਨੀ ਸ਼ੁਕਰੀਆ। ਆ ਗਏ ਮੇਰੇ ਮਾਮੂ ਜਾਨ, ਇਹਨਾਂ ਨੂੰ ਮਿਲੀਏ। ਬੱਸ ਦਾ ਹੋ ਗਿਆ ਟਾਈਮ, ਇਸ ਦਾ ਤੁਸੀਂ ਦੇਖਿਆ ਹੋਣਾ ਕਾਫੀ ਦੇਰ ਦੀ ਖੜੀ ਸੀ। ਇਹਦਾ ਟਾਈਮ ਹੁੰਦਾ ਨਾ ਫਿਰ ਚੱਲ ਪੈਂਦੀ। ਇਹ ਤਕਰੀਬਨ ਜਾਏਗੀ ਲਾਹੌਰ ਤੋਂ ਕੋਟਅਦੂ ਲਿਖਿਆ ਹੋਇਆ, ਉਹ ਬੈਕ ਸਾਈਡ ਤੇ ਤੁਸੀਂ ਪੜ੍ਹ ਸਕਦੇ ਹੋ, ਲਾਹੌਰ ਕੋਟਅਦੂ। ਅਸਲਾਮ ਵਾਲੇਕਮ, ਕੀ ਹਾਲ ਮਾਮੂ? ਠੀਕ, ਅੱਲਾ ਦਾ ਸ਼ੁਕਰ, ਤੂੰ ਸਾਹ ਠੀਕ ਠਾਕ, ਸ਼ੁਕਰ ਅੱਲਾ ਦਾ। ਕੀ ਫਿਰ ਕਰਦੇ ਫਿਰਦੇ ਹੋ ਇੱਥੇ ਮਾਮੂ? ਅੱਜ ਨਾ ਅਸੀਂ ਪੀਰ ਕਾਜ਼ਮ ਨੂੰ ਚੁੱਕਣਾ ਤੇ ਪੂਰੇ ਭਾਰ ਨਾਲ ਚੁੱਕਣਾ। ਉਹ ਛੱਡੋ ਪਰ, ਇਹ ਕਿਹੜਾ ਕੰਮ ਹੈ, ਕਿਹੜੇ ਕੰਮ ਨੂੰ ਪੈ ਜੇ? ਨਹੀਂ ਮਾਮੂ ਤੁਸੀਂ ਬੇਫਿਕਰ ਰਹੋ, ਆ ਵੇਖੋ ਮੇਰਾ ਵੀ ਕੀਤਾ ਨਾ, ਤੇ ਹੁਣ ਅਸੀਂ ਬਦਲੇ ਲੈਣੇ ਨੇ, ਪੂਰੇ ਬਦਲੇ ਲੈਣੇ। ਹਾਂ ਮਾਰੋ ਉਸ ਵਰਾ। ਨਹੀਂ ਹੁਣ ਅਸੀਂ ਇਨਸ਼ਾਅੱਲਾ ਉਹਦੇ ਪੂਰੇ ਬਦਲੇ, ਜਿੰਨਾ ਹੋ ਸਕੇ ਨਾ। ਪੀਰ ਕਾਜ਼ਮ ਤੂੰ ਭੱਜ ਲੈ ਜਿੱਥੇ ਭੱਜਣਾ, ਨਾ ਤੈਨੂੰ ਛੱਡਣਾ ਨਾ ਤੇਰੀ ਪੂਰੀ ਟੀਮ ਨੂੰ, ਸਾਰਿਆਂ ਨੂੰ ਰੋਡਿਆਂ ਕਰਕੇ ਛੱਡਣਾ। ਉਹ ਯਾਰ ਐਵੇਂ ਦੀ ਕਿਉਂ ਟੈਨਸ਼ਨ ਲੈਂਦੇ ਜੇ? ਨਹੀਂ ਮਾਮੂ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਅਸੀਂ ਪੀਰ ਕਾਜ਼ਮ ਨੂੰ ਕਿਹਾ ਤੂੰ ਗੁੱਸਾ ਨਹੀਂ ਕਰਨਾ, ਗੁੱਸਾ ਨਾ ਉਹਨੇ ਕਰਨਾ ਤੇ ਨਾ ਕਰਨਾ ਅਸੀਂ। ਤੇ ਅਸੀਂ ਜੋ ਬੰਦਾ ਉਹਨਾਂ ਦਾ ਫੜਿਆ ਆਇਆ ਅਸੀਂ ਮੁੰਨੀ ਜਾਣਾ, ਤੇ ਉਹਨਾਂ ਤੇ ਹਿੰਮਤ ਹੋਏਗੀ ਤਾਂ ਸਾਨੂੰ ਚੁੱਕ ਲੈਣਗੇ। ਆਵੇ ਇਹਨਾਂ ਚੌਕ 'ਚ ਖੜਾ ਮੈਂ, ਜੇ ਹਿੰਮਤ ਹੈਗੀ ਤੇ ਆ ਜਾਓ ਭਾਈ ਜਾਨ। ਦੋਸਤੋ ਇੱਕ ਜਿਹੜੀ ਇੱਥੇ ਦੀ ਮਸ਼ਹੂਰ ਹਸਤੀ ਚੌਕ ਮੁੰਡੇ ਦੀ, ਜਿਹੜੀ ਕਿ ਅਕਸਰ ਚੌਕ ਮੁੰਡੇ ਵਾਲੇ ਬੰਦੇ ਨਾ ਉਹਨਾਂ ਨੂੰ ਜਾਣਦੇ ਹੋਣੇ, ਤੇ ਅੱਲਾ ਰੱਖਾ ਬਲੋਚ ਆ ਮਾਸ਼ਾਅੱਲਾ ਬੈਠੇ ਹੋਏ। ਅਸਲਾਮ ਵਾਲੇਕਮ ਜੀ, ਕੀ ਹਾਲ ਹੈ? ਠੀਕ ਹੈ ਜੀ ਅਲਹਮਦੁਲਿਲਾ, ਤੁਸੀਂ ਸੁਣਾਓ ਠੀਕ ਹੋ? ਸਿਹਤ ਠੀਕ ਹੈ? ਆਪ ਸੁਣਾ ਖੈਰੀਅਤ ਸੇ? ਜੀ ਅਲਹਮਦੁਲਿਲਾ ਜ਼ਬਰਦਸਤ। ਇਹ ਜਨਾਬ ਇਹ ਜਿੰਨੇ ਵੀ ਨੇ ਨਾ ਰਕਸ਼ਾ ਯੂਨੀਅਨ, ਇਹ ਮਾਸ਼ਾਅੱਲਾ ਉਹਨਾਂ ਦੇ ਸਦਰ ਨੇ। ਉਹਨਾਂ ਦੇ ਛੋਟੇ ਮੋਟੇ ਜਿੰਨੇ ਵੀ ਮਸਲੇ ਹੁੰਦੇ ਨੇ ਨਾ, ਇਹ ਭਾਈ ਹੋਰੀ ਹੱਲ ਕਰਦੇ। ਇਸ ਤਰ੍ਹਾਂ ਹੀ ਹੈ ਜੀ। ਬਹੁਤ ਸਰ ਜੀ ਕਿ ਸਾਡੇ ਨਾਲ ਖਿਦਮਤ ਹੋਏ ਨੇ। ਇਹ ਮੇਰੇ ਨਾਲ ਮਾਮੂ ਦੇ ਬੜੇ ਅੱਛੇ ਦੋਸਤ ਵੀ ਨੇ, ਤੇ ਇਹ ਇੱਥੇ ਤਾਂ ਅਕਸਰ ਇਹਨਾਂ ਦੇ ਨਾਲ ਗੱਪਸ਼ਪ ਹੁੰਦੀ ਰਹਿੰਦੀ। ਪੂਰੀ ਮਾਲੂਮਾਤ ਲੈ ਕੇ, ਇਨਫੋਰਮੇਸ਼ਨ ਲੈ ਕੇ, ਤੇ ਹੁਣ ਜਾ ਰਿਹਾ ਮੈਂ ਵਾਪਸ। ਜਨਾਬ ਅੱਜ ਦਾ ਤੁਹਾਡਾ ਵਲੌਗ ਜਿਹੜਾ ਇਨਸ਼ਾਅੱਲਾ ਅਜ਼ੀਜ਼ ਬੜਾ ਟੌਪ ਹੋਣ ਵਾਲਾ। ਤੇ ਹੁਣ ਅਸੀਂ ਚੱਲਦੇ ਹਾਂ ਘਰ, ਤੇ ਇਹਦਾ ਵਲੌਗ ਦਾ ਇੰਟਰੋ ਜਿਹੜਾ ਨਾ ਅਸੀਂ ਵਿਹਲੇ ਮੁੰਡਾ ਹਾਊਸ ਤੇ ਜਾ ਕੇ ਕਰਾਂਗੇ ਇਨਸ਼ਾਅੱਲਾ ਅਜ਼ੀਜ਼। ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਜੱਟ ਦਾ ਸਵੈਗ ਚੈਨਲ, ਤੇ ਮੈਂ ਆ ਤਾਹਿਰ ਜੱਟ। ਤੇ ਦੋਸਤੋ ਗੱਡੀਆਂ ਹੋ ਗਈਆਂ ਰੈਡੀ, ਵਿਹਲਾ ਸਵਲ। ਤੁਸੀਂ ਨਹੀਂ ਸਸਤੇ ਬਦਮਾਸ਼ ਕਿਉਂ ਭਾਈ ਜਾਨ? ਪੂਰੇ ਟੌਰ ਦੇ ਪੂਰੇ ਭਾਰ ਦੇ ਨਾਲ ਬਦਮਾਸ਼ ਆਪਣੇ। ਹੋਰ ਮੋਹਸਨ ਭਾਈ ਰੈਡੀ ਹੋ? ਇੱਕ ਗੱਡੀ ਆ ਚਲੀ ਗਈ ਤੇ ਅੱਗੇ ਚਲੀ ਗਈ ਮੇਰੀ ਗੱਡੀ। ਉਹ ਭੱਜੋ ਬੜਾ ਅੱਜ ਕੰਮ ਖਰਾਬ ਹੋਣ ਵਾਲਾ। ਅੱਜ ਬਸ ਤੁਸੀਂ ਨਾਲ ਜੁੜੇ ਰਹਿਣਾ।
ਹਾਂਜੀ ਸ਼ਾਹ ਭਾਈ ਰੈਡੀ ਭਾਈਆਨ ਅੱਜ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅੱਜ ਤੁਸੀਂ ਵੇਖਿਓ ਪੀਰ ਕਾਜ਼ਮ ਦਾ ਅਸੀਂ ਹਾਲ ਕੀ ਕਰਦੇ ਆ ਜਿਹੜਾ ਬੰਦਾ ਜੋ ਹੱਥੀ ਹਰ ਚੀਜ਼ ਫਨਾ ਕਰ ਦੇਣੀ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਵੇਂ ਬਾਬ ਰੋਲਾ ਹੁੰਦਾ ਤੇ ਕਣਕਾਂ ਫਨਾ ਕਰ ਦਿੰਦੇ ਨਾ ਅੱਜ ਇਹੋ ਹੀ ਹਾਲ ਕਰਨਾ 3 ਗੱਡੀਆਂ ਮਾਸ਼ਾਅੱਲਾ ਰੈਡੀ ਹੋ ਗਈਆਂ ਖੁਬੈਬ ਭਾਈ ਆ ਗਏ ਆਪਣੇ ਸ਼ਹਜ਼ਾਦ ਭਾਈ ਨੇ ਤੇ ਅਵੈਸ ਭਾਈ ਜਿਨ੍ਹਾਂ ਦੇ ਨਾਲ ਉਹਨਾਂ ਨੇ ਪਿਛਲੇ ਦਿਨਾਂ 'ਚ ਜ਼ਿਆਦਤੀ ਕੀਤੀ ਤੇ ਹੁਣ ਉਹਨਾਂ ਨੂੰ ਮਾਫ ਨਹੀਂ ਕਰਨਾ ਮੈਂ ਇਸੇ ਵਾਸਤੇ ਸਪੈਸ਼ਲ ਮੈਂ ਆਪ ਆਇਆ ਇੱਥੇ ਦੋਸਤੋ ਫਾਈਨਲੀ ਅਲਹਮਦੁਲਿਲਾ ਅਸੀਂ ਲੈ ਚੁੱਕੇ ਹਾਂ ਛੋਟੇ ਪੀਰ ਤੇ ਪੀਰ ਕਾਜ਼ਮ ਦੇ ਕੋਲੋਂ ਬਦਲਾ ਤੇ ਉਹਦੇ 2 ਬੰਦਿਆਂ ਦੇ ਨਾਲ ਇਹੋ ਹਾਲ ਕੀਤਾ ਉਹ ਹਾਲ ਕੀਤਾ ਖੁਸ਼ ਹੋ ਜਾਓਗੇ ਵਾਕਈ ਯਾਰ ਬਦਲਾ ਹੋਏ ਤੇ ਇਸ ਤਰ੍ਹਾਂ ਦਾ ਹੋਏ ਤੁਸੀਂ ਜਾ ਕੇ ਵਿਹਲੇ ਮੁੰਡੇ ਦੀ ਵੀਡੀਓ ਵੇਖਣੀ ਹੈ ਵਿਹਲਾ ਮੁੰਡਾ ਚੈਨਲ ਦੇ ਉੱਤੇ ਤੇ ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ ਸਾਰੀ ਟੀਮ ਹੁਣ ਥਕਾ ਕੇ ਆ ਗਈ ਹੈ ਹਾਂਜੀ ਜਨਾਬ ਕੈਸਾ ਰਿਹਾ ਠੀਕ ਹੈ बदला जबरदस्त ਹੋਰ ਇੰਜੋਏ ਕੀਤਾ ਜੇ हाँ ठहर गया ਹਾਂ ਠਰ ਗਿਆ ਹਾਂਜੀ ਬਲਾਲ ਭਾਈ हाँ कहने ठहरे भाई ਉਹ ਤੇਰਾ ਕਿਵੇਂ ਠਰਨਾ ओ भाई मैं को मजा क्या नहीं आया ਇਹਨੂੰ ਫਿਰ ਝੂਲੇ ਦਿੰਨੇ ਆ ਫੜ ਕੇ ਇਸ ਤਰ੍ਹਾਂ मेरी ਫਿਰ। गल सुन क्यों जब छोटे पेड़ की गांजे से मैं उधर मजा आसमा ਉਹ ਵੀ ਹੋਏਗੀ ਪੀਰ ਕਾਜ਼ਮ ਦੀ ਗੰਜ ਹੋਏਗੀ ਮੈਂ ਤੂੰ ਘਬਰਾ ਨਾ काजम दी चलो दुहाई छक दी का छोड़ा छोटा पेड़ या उधर वडेरे दी ਮੈਂ ਕਹਿੰਦਾ ਭਾਈ ਮੈਂ ਜਾਣਾ ਉਦੋਂ ਹੈ ਜਦੋਂ ਛੋਟੇ ਪੀਰ ਦੀ ਜਾਂ ਪੀਰ ਕਾਜ਼ਮ ਦੀ ਟਿੰਡ ਹੋਈ ਉਦੋਂ ਜਾਣਾ ਮੈਂ ਇੱਥੋਂ ਇੱਕ ਤੁਹਾਡੇ ਨਾਲ ਹੋਰ ਬੜੀ ਵੱਡੀ ਹਸਤੀ ਨਾਲ ਮੁਲਾਕਾਤ ਕਰਵਾਉਣੇ ਆ ਬੜੀ ਵੱਡੀ ਹਸਤੀ ਇਸ ਪਿੰਡ ਦੀ ਨਾ ਬੜੀ ਖੁਸ਼ਕਿਸਮਤੀ ਹੈ ਕਿ ਉਹ ਇਸ ਪਿੰਡ ਦੇ ਵਿੱਚ ਉਹਨਾਂ ਦਾ ਘਰ ਹੈ ਉਸ ਤੋਂ ਵੱਡੀ ਖੁਸ਼ਕਿਸਮਤੀ ਸਾਡੀ ਕਿ ਅਸੀਂ ਉਹਨਾਂ ਨੂੰ ਜਾਣਦੇ ਆ ਯਾਰ ਵਨ ਐਂਡ ਓਨਲੀ ਪਰਸਨੈਲਿਟੀ ਮਿਲਤੇ ਹੈ ਜਨਾਬ ਵਸੀਮ ਪੁਰਾਣਾ ਵਸੀਮ ਸਾਹਿਬ ਕੀ ਹਾਲ ਹੈ ਠੀਕ ਹੋ ਇਹਨਾਂ ਨੂੰ ਜਾਣਦੇ ਹੋਵੋਗੇ ਨਹੀਂ ਜਾਣਦੇ ਨਹੀਂ ਯਾਰ ਇਸ ਤਰ੍ਹਾਂ ਨਾ ਕਰੋ ਇਹ ਤਾਂ ਬੜੀ ਮਸ਼ਹੂਰ ਚੌਕ ਮੁੰਡੇ ਦੇ ਉੱਤੇ ਹਰ ਬੰਦਾ ਇਹਨੂੰ ਜਾਣਦਾ ਹਰ ਬੰਦਾ ਇਹਦੇ ਪਿੱਛੇ ਹਰ ਬੰਦੇ ਦਾ ਇਹਨੇ ਪੈਸਾ ਦੇਣਾ ਯਾਰ ਇਸ ਤਰ੍ਹਾਂ ਹੀ ਹੈ ਨਾ ਇਹ ਸਾਡਾ ਭਰਾ ਹੈ ਤੇ ਸ਼ਹਜ਼ਾਦ ਭਾਈ ਦੇ ਕਹਿਣ ਤੇ ਮੈਂ ਆ ਗਿਆ ਸਾਂ ਉਹਨਾਂ ਨੇ ਇੱਕ ਵਾਰੀ ਕਿਹਾ ਤਾਂ ਮੈਂ ਯੈਸ ਕਰ ਦਿੱਤੀ ਸ਼ਹਜ਼ਾਦ ਭਾਈ ਹਾਂਜੀ ਖੁਸ਼ ਹੋ ਗਏ ਹੋ चासा ही कि नहीं आई ਆਈ ਬਿਲਕੁਲ ਚਾਸਾ ਹੀ ਮੈਂ ਤਾਂ ਕਹਿੰਦਾ ਛੋਟੇ ਪੀਰ ਦੀ ਜਾਂ ਪੀਰ ਕਾਜ਼ਮ ਦੀ ਟਿੰਡ ਨਹੀਂ ਕੀਤੀ ਮੈਂ ਉੱਥੋਂ ਉਨੀ ਦੇਰ ਤੱਕ ਨਹੀਂ ਜਾਣਾ तेरा ये शौक भी पूरा कराएंगे ਇਨਸ਼ਾਅੱਲਾ ਤੇ ਭਾਈਜਾਨ ਜਿਹੜੇ ਤੁਸੀਂ ਕਹਿੰਦੇ ਹੋ ਨਾ ਵਿਹਲੇ ਮੁੰਡੇ ਨੂੰ ਤੂੰ ਭੁੱਲ ਗਿਆ ਇਹ ਸਾਡਾ ਭਾਈ ਹੈ ਮਾਸ਼ਾਅੱਲਾ ਨੇ ਰਿਸ਼ਤਾ ਦੇਵੇ ਇਹਨੂੰ ਨਹੀਂ ਭੁੱਲ ਸਕਦੇ ਨਾ ਇਹ ਸਾਨੂੰ ਭੁੱਲ ਸਕਦਾ ਇਨਸ਼ਾਅੱਲਾ ਤੇ ਅਗਲੀ Q&A ਵੀਡੀਓ ਬੜੀ ਖਾਸ ਹੋਣ ਵਾਲੀ ਹੈ ਤੁਹਾਨੂੰ ਬਹੁਤ ਸਾਰੇ ਐਸੇ ਕੁਐਸਚਨ ਦੱਸਣ ਦੇ ਜਵਾਬ ਮਿਲਣਗੇ ਪਿਛਲੇ ਕੁਐਸਚਨ ਪੁੱਛਣਾ ਹਾਂਜੀ ਉਹ ਤੁਸੀਂ ਪੁੱਛੋ ਜਿੰਨੇ ਮਰਜ਼ੀ ਮੈਂ ਪੋਸਟ ਲਾਈ ਨਾ ਉਹਦੇ ਥੱਲੇ ਕਮੈਂਟ ਕਰ ਦੇਣੇ ਸਾਰਿਆਂ ਨੇ ਜਿਹੜਾ ਕਮੈਂਟ ਹੋਇਆ ਭਾਈ ਸ਼ਹਜ਼ਾਦ ਦੇ ਬਾਰੇ ਮੇਰੇ ਬਾਰੇ ਇਨਸ਼ਾਅੱਲਾ हाजिर भाईजान ਅਸੀਂ ਆ ਗਏ ਆ ਖੁਬੈਬੁਰ ਰਹਿਮਾਨ ਭਾਈ ਕੋਲ ਹਾਂਜੀ ਭਾਈजान क्या हाल है जी ठीक ठाक शुक्र अल्लाह दा जबरदस्त हाँ जी हाँ ठहरिया हाय 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 ना पूछ हाल पूछ हाँ ठहरे ਹਾਂਜੀ ਪੁੱਛਣਾ ਤੇ ਇਸ ਬੰਦੇ ਕੋਲ ਚਾਹੀਦਾ ਖੁਸ਼ अगर मेरा हाँ न ठरता मैं शहजाद को नाम नहीं आता कि मैं रोटी खवा ਵੇਲੋ हाँ ठर रहे भूख लग गई ਜਿਵੇਂ ਚੌਧਰੀ ਉਸ ਦਿਨ ਤੇਰਾ ਬਦਲਾ ਲਿਆ ਸੀ ਨਾ ਤੇਰਾ ਹਾਂ ਠਰਿਆ ਸੀ ਤੇ ਸਾਡਾ ਬਿਲਕੁਲ ਠਹਿਰ ਗਿਆ ਅੱਜ ਅਵੈਸ ਦਾ ਠਰਿਆ ਤੇ ਸਾਡਾ ਠਰ ਗਿਆ ਹਾਂਜੀ ਜਨਾਬ ਰੀਜਾਂ ਕੱਢੀਆਂ ਫਿਰ ਜਾਣ ਦਿੱਤਾ ਉਹਨਾਂ ਨੂੰ ਹੋਣ ਲੱਗ ਪਏ ਸੀ ਗਿਰੇਬਾਨ ਫੜਨ ਲੱਗ ਪਏ ਸੀ ਤੁਸੀਂ ਵੇਲੇ ਮੁੰਡੇ ਦੀ ਵੀਡੀਓ ਅਪਲੋਡ ਹੋ ਗਈ ਆ ਜਾ ਕੇ ਚੈੱਕ ਕਰੋ ਵੇਖੋ ਕਿੰਨਾ ਮਜ਼ਾ ਆਇਆ ਤੁਸੀਂ ਸਾਰੇ ਕਹਿੰਦੇ ਸੀ ਨਾ ਜਾਂ ਛੋਟੇ ਪੀਰ ਦੀ ਜਾਂ ਪੀਰ ਕਾਜ਼ਮ ਦੀ ਗੰਜ ਕਰੋ ਤੇ ਉਹ ਵੀ ਤੁਹਾਡਾ ਇਨਸ਼ਾਅੱਲਾ ਜਲਦੀ ਖਾ ਪੂਰਾ ਹੋ ਜਾਏਗਾ ਹਾਂ ਭਾਈ ਮਲਕ ਕਿੱਦਾਂ ਫਿਰ ਮਜ਼ਾ ਆਇਆ ਅੱਜ अल्हम्दुलिल्लाह जी तुसी सुनाओ ठीक हो तबीयत ठीक हो ठीक है मोबाइल ਤੇ ਇੱਧਰ ਵੀਡੀਓ ਬਣਾ ਕੈਸਾ ਲਗਾ ਫਿਰ ਅੱਜ आज तो माशाल्लाह ਵਿਊਅਰਸ ਦੱਸਣਾ ਤੁਸੀਂ ਕੈਸਾ ਲੱਗਾ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਿਓ ਥੈਂਕ ਯੂ ਸੋ ਮਚ ਅੱਲਾ ਹਾਫਿਜ਼ कैमरा बंद कर